ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਲਾ ਤੀਜਾ। ਸਤਿਗੁਰ ਮਿਲਿਆ ਫੇਰ ਨਾ ਪਵੈ, ਜਨਮ ਮਰਨ ਦੁਖ ਜਾਏ। ਪੂਰੇ ਸ਼ਬਦ ਸਭ ਸੋਝੀ ਹੋਈ, ਹਰ ਨਾਮੈ ਰਹਿ ਸਮਾਏ। ਸਤਿਗੁਰ ਮਿਲਿਆ ਫੇਰ ਨਾ ਪਵੈ, ਜਨਮ ਮਰਨ ਦੁਖ ਜਾਏ। ਪੂਰੇ ਸ਼ਬਦ ਸਭ ਸੋਝੀ ਹੋਈ, ਹਰ ਨਾਮੈ ਰਹਿ ਸਮਾਏ। ਮਨ ਮੇਰੇ ਸਤਿਗੁਰ ਸਿਉ ਚਿਤ ਲਾਏ, ਨਿਰਮਲ ਨਾਮ ਸਦ ਨਵ ਤਨੋ, ਆਪ ਵਸੈ ਮਨ ਆਏ। ਰਹਾਉ ਨਿਰਮਲ ਨਾਮ ਸਦ ਨਵ ਤਨੋ, ਆਪ ਵਸੈ ਮਨ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਹਾਨ ਨਿਤਾਣਿਆਂ ਦੇ ਤਾਣ ਸਤਿਗੁਰੂ ਤੇਜੋ ਨੰਦਨ ਬਾਣੀ ਕੇ ਬੋਹਿਤ ਦੀਆਂ ਬਖਸ਼ਿਸ਼ਾਂ ਕਰਨ ਵਾਲੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਰਾਗ ਸ੍ਰੀ ਰਾਗ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 69 ਉੱਪਰ ਸੁਭਾਏਮਾਨ ਹਨ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਪਿਛਲੇ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਸੀ। ਸਹਿਜੈ ਨੋ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਏ। ਸਹਿਜ ਅਵਸਥਾ, ਗਿਆਨ ਦੀ ਅਵਸਥਾ, ਬ੍ਰਹਮ ਗਿਆਨ ਦੀ ਅਵਸਥਾ ਭਾਵੇਂ ਲੱਭਦੀ ਸਾਰੀ ਦੁਨੀਆ, ਪਰ ਗੁਰੂ ਤੋਂ ਬਿਨਾਂ ਪ੍ਰਾਪਤੀ ਨਹੀਂ ਹੁੰਦੀ। ਹੁਣ ਅੱਜ ਦਾ ਸ਼ਬਦ ਇਸੇ ਵਿਸ਼ੇ ਨੂੰ ਅੱਗੇ ਲੈ ਕੇ ਤੁਰਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਗੁਰੂ ਮਿਲ ਜਾਂਦਾ ਹੈ ਫਿਰ ਕੀ ਹੁੰਦਾ ਹੈ? ਮਨੁੱਖ ਨੂੰ ਗਿਆਨ ਪ੍ਰਾਪਤ ਹੁੰਦਾ ਹੈ, ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ। ਆਪਣੇ ਬੇਗਾਨੇ ਦੀ, ਚੰਗੇ ਮਾੜੇ ਦੀ, ਮੈਂ ਕੌਣ ਆ, ਕਿੱਥੋਂ ਆਇਆ, ਕੀ ਲੈਣ ਆਇਆ, ਇਹਦਾ ਗਿਆਨ ਮਨੁੱਖ ਨੂੰ ਹੁੰਦਾ ਹੈ। ਇਹੀ ਸਹਿਜ ਅਵਸਥਾ ਹੈ। ਸਹਿਜ ਦੇ ਬਹੁਤ ਅਰਥ ਪਿੱਛੇ ਆਪਾਂ ਸਰਵਣ ਕੀਤੇ, ਔਰ ਅੱਜ ਮੇਰੇ ਪ੍ਰੀਤਮ ਜੀ ਕਹਿ ਰਹੇ ਹਨ ਇਹ ਜਦੋਂ ਸਹਿਜ ਪ੍ਰਾਪਤ ਹੁੰਦਾ ਕਦੋਂ? ਜਦੋਂ ਗੁਰੂ ਮਿਲਦਾ ਹੈ। ਫਿਰ ਕੀ ਹੁੰਦਾ ਹੈ? ਜਦੋਂ ਗੁਰੂ ਮਿਲਦਾ ਹੈ ਤੇ ਗੁਰੂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਸਹਿਜ ਦਾ ਇੱਕ ਅਰਥ ਹੈ ਸ਼ਾਂਤੀ, ਇੱਕ ਅਰਥ ਹੈ ਗਿਆਨ, ਬ੍ਰਹਮ ਗਿਆਨ। ਸਹਿਜ ਦਾ ਦੂਸਰਾ ਅਰਥ ਹੈ ਭਟਕਣਾ ਖਤਮ ਹੋ ਜਾਣਾ, ਸ਼ਾਂਤੀ ਆ ਜਾਣੀ। ਇਹ ਸਹਿਜ ਅਵਸਥਾ ਦੇ ਬਹੁਤ ਸਾਰੇ ਅਰਥ ਬਣਨਗੇ। ਖੈਰ ਆਪਾਂ ਅੱਜ ਦੇ ਸ਼ਬਦ ਨਾਲ ਜੁੜੀਏ। ਸ੍ਰੀ ਰਾਗ ਮਹਲਾ ਤੀਜਾ। ਸਤਿਗੁਰ ਮਿਲਿਆ ਫੇਰ ਨਾ ਪਵੈ, ਜਨਮ ਮਰਨ ਦੁਖ ਜਾਏ। ਜਦੋਂ ਜੀਵ ਨੂੰ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ, ਜਨਮਾਂ ਜਨਮਾਂਤਰਾਂ ਤੋਂ ਅਸੀਂ ਭਟਕਦੇ ਆ ਰਹੇ ਹਾਂ, ਟੇਢੀਆਂ ਜੂਨਾਂ ਨੂੰ ਲੰਘਦੇ ਹੋਏ ਅੱਜ ਪਰਮੇਸ਼ਰ ਨੇ ਕਿਰਪਾ ਕੀਤੀ, ਮਨੁੱਖ ਬਣਾਇਆ। ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਦੇਹੋ ਦਰਸ ਹਰ ਰਾਇਆ। ਗੁਰੂ ਪਾਤਸ਼ਾਹ ਸਾਨੂੰ ਅਰਦਾਸ ਕਰਨ ਦਾ ਢੰਗ ਦੱਸਦੇ ਆ। ਆਓ ਪਰਮੇਸ਼ਰ ਨੂੰ ਕਹੀਏ ਕਿ ਹੁਣ ਜੇ ਤੂੰ ਸਾਨੂੰ ਮਨੁੱਖ ਬਣਾਇਆ ਤੇ ਦਰਸ਼ਨ ਵੀ ਦੇ ਦੇ। ਤੇ ਅੱਗੋਂ ਪਰਮੇਸ਼ਰ ਦਾ ਕੀ ਜਵਾਬ ਹੈ? ਗੁਰੂ ਅਰਜਨ ਦੇਵ ਜੀ ਇਸ ਵਿਸ਼ੇ ਨੂੰ ਦੱਸਦੇ ਹਨ ਬਚਨ ਵਿੱਚ।
ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ। ਤੂੰ ਬੜੀ ਕਿਰਪਾ ਕੀਤੀ, ਮੈਨੂੰ ਮਨੁੱਖਾ ਜਾਮੇ ਦੇ ਜੋਗ ਸਮਝਿਆ। ਭਾਵ ਰੂਹਾਂ ਤਾਂ ਬਹੁਤ ਹੈ ਨਾ, 84 ਲੱਖ ਜੂਨਾਂ ਵਿੱਚ ਵੀ ਉਹੀ ਰੂਹਾਂ ਜਿਹੜੀਆਂ ਆਪਣੇ 'ਚ ਹੈ, ਪਰ ਆਪਣੇ ਤੇ ਉਹਦੀ ਦਇਆ ਹੋਈ ਜਾਂ ਕਿਰਪਾ ਹੋਈ, ਬਖਸ਼ਿਸ਼ ਕੀਤੀ, ਆਪਾਂ ਨੂੰ ਆਹ ਚੋਲਾ ਦੇਤਾ ਮਨੁੱਖਾ ਜੀਵਨ। ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ, ਕਰਮੀ ਆਵੇ ਕੱਪੜਾ। ਆ ਮਨੁੱਖਾ ਜੀਵਨ ਦਾ ਕੱਪੜਾ ਰੂਪੀ ਚੋਲਾ ਉਹਨੇ ਦਿੱਤਾ ਸਾਨੂੰ। ਤਾਂ ਗੁਰੂ ਅਰਜਨ ਦੇਵ ਜੀ ਇੱਥੇ ਉਹਦਾ ਸ਼ੁਕਰੀਆ ਕਰਦੇ ਨੇ, ਮਹਾਰਾਜ ਕਿਰਪਾ ਕਰੋ, ਮੈਂ ਤੇਰੇ ਕੀਤੇ ਦੀ ਵਾਪਸੀ ਦੇ ਨਹੀਂ ਸਕਦਾ, ਤੇਰਾ ਮੈਂ ਇਹ ਕਰਜ਼ਾ ਸਿਰ ਤੋਂ ਲਾਹ ਹੀ ਨਹੀਂ ਸਕਦਾ ਜਿਹੜਾ ਤੂੰ ਮੈਨੂੰ ਟੇਢੀਆਂ ਜੂਲਾਂ ਚੋਂ ਕੱਢ ਕੇ ਬੰਦਾ ਬਣਾਇਆ, ਮਾਨਸ ਜਾਮਾ ਦਿੱਤਾ, ਚਾਹੇ ਇਸਤਰੀ ਦਾ ਚਾਹੇ ਮਨੁੱਖ ਦਾ, ਇੱਕੋ ਹੀ ਗੱਲ ਹੈ। ਇਹ ਤੇਰੀ ਕਿਰਪਾ ਹੋਈ। ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ। ਮੈਂ ਇਹਦੇ ਬਦਲੇ ਕੁਛ ਦਿੱਤਾ ਨਹੀਂ, ਮੈਂ ਤਾਂ ਔਗਣਹਾਰਾ ਸੀਗਾ। ਦਇਆ ਕਰਕੇ ਤੂੰ ਕਹਿਤਾ ਵੀ ਚੱਲ ਹੁਣ ਤੂੰ ਨਿਕਲ ਜਾ, ਤੁਮ ਘਰ ਆਵੋ ਮੇਰੇ ਮੀਤ ਪੁੱਤਰ, ਹੁਣ ਤੂੰ ਘਰੇ ਆ ਜਾ। ਬਥੇਰਾ ਭਟਕ ਲਿਆ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਉਸ ਘਰੇ ਸੱਚਖੰਡ ਰੂਪੀ। ਹੁਣ ਤੈਨੂੰ ਟੇਢੀਆਂ ਜੂਨਾਂ ਚੋਂ ਕੱਢ ਕੇ ਬੰਦਾ ਬਣਾਇਆ, ਹੁਣ ਤੂੰ ਘਰੇ ਆ ਜਾ। ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ, ਅਪਦਾ ਭਈ ਬਤੀਤ। ਗੁਰੂ ਅਰਜਨ ਦੇਵ ਜੀ ਕਹਿੰਦੇ ਬੜੀ ਕਿਰਪਾ ਕੀਤੀ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮੇਰਾ ਮਤ ਹੋਈ। ਫਿਰ ਉਸਨੇ ਦਇਆ ਕੀਤੀ ਸਾਡੇ ਤੇ, ਜੋ ਆਪ ਜੀ ਲੜੀਵਾਰ ਰੋਜ਼ਾਨਾ ਗੁਰੂ ਚਰਨਾਂ ਵਿੱਚ ਆ ਕੇ ਬੈਠਦੇ ਹੋ। ਇਹ ਆਪਣੇ ਤੇ ਸਭ ਤੇ ਉਸ ਦੀ ਕਿਰਪਾ ਹੈ ਕਿ ਆਪਾਂ ਨੂੰ ਗੁਰੂ ਕੋਲ ਲਿਆਇਆ। ਤਰਸ ਪਿਆ ਮੇਰਾ ਮਤ ਹੋਈ, ਅੱਗੇ ਸਤਿਗੁਰ ਸੱਜਣ ਮਿਲਿਆ। ਹੁਣ ਸਤਿਗੁਰ ਕੋਲੇ ਪਹੁੰਚ ਗਏ, ਇਹ ਉਹਦੀ ਬੜੀ ਵੱਡੀ ਕਿਰਪਾ ਹੈ। ਐਸਾ ਗੁਰੂ ਸਾਨੂੰ ਪ੍ਰਾਪਤ ਹੋਇਆ, ਸਾਡੇ ਵੱਡੇ ਭਾਗ ਹਨ। ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਬੜ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਵਸ ਰਹੇ ਹਿਰਦੈ ਗੁਰਚਰਨ ਪਿਆਰੇ। ਗੁਰੂ ਦੇ ਚਰਨ ਹਿਰਦੇ ਵਿੱਚ ਵਸ ਗਏ ਹਨ। ਆਓ ਹੁਣ ਗੁਰੂ ਦੇ ਚਰਨਾਂ ਨਾਲ ਜੁੜ ਕੇ ਸਿਮਰਨਾ ਕਰੀਏ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮੇਰਾ ਮਤ ਹੋਈ। ਸਤਿਗੁਰ ਸੱਜਣ ਮਿਲਿਆ। ਤੇ ਹੁਣ ਗੁਰੂ ਕੋਲੇ ਤਾਂ ਆ ਗਏ ਨਾ, ਹੁਣ ਇੱਥੋਂ ਕੁਝ ਤੁਸੀਂ ਮੰਗ ਲਓ, ਪੱਲਾ ਤੁਸੀਂ ਕਰ ਲਓ, ਝੋਲੀ ਤੁਸੀਂ ਕਰ ਲਓ, ਬੁੱਕ ਤੁਸੀਂ ਕਰ ਲਓ, ਮੰਗ ਲਓ ਕੁਛ। ਤੁਸੀਂ ਕਹੋਗੇ ਰੋਜ਼ ਤਾਂ ਮੰਗਦੇ ਆ, ਕਦੇ ਧੀ, ਕਦੇ ਪੁੱਤਰ, ਕਦੇ ਕੋਈ ਪ੍ਰਾਪਤੀ, ਕਦੇ ਮਾਇਆ ਦੀ ਬਖਸ਼ਿਸ਼, ਕਦੇ ਕੁਛ ਰੋਜ਼ ਤਾਂ ਮੰਗਦੇ ਆ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਮੰਗਣਾ ਨਹੀਂ ਆਇਆ ਤੈਨੂੰ। ਉਹ ਐਡੇ ਵੱਡੇ ਮਾਲਕ ਦੇ ਕੋਲੋਂ ਮੰਗਿਆ ਕੀ? ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਇੱਥੋਂ ਸਿਫਤ ਮੰਗ ਲੈਣੀ ਸੀ ਨਾ, ਜਿਹਦੇ ਵਿੱਚੋਂ ਸਭ ਕੁਝ ਮਿਲਦਾ। ਕੋਈ ਸਤਨਾਮ, ਤੂੰ ਕੱਲੀ ਕੱਲੀ ਚੀਜ਼ ਮੰਗੀ ਜਾਂਦਾ, ਖਜ਼ਾਨਾ ਹੀ ਲੈ ਜਾ ਘਰੇ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਹੁਣ ਕੀ ਮੰਗੀਏ? ਗੁਰੂ ਪਾਤਸ਼ਾਹ ਸਾਨੂੰ ਮੰਗਣ ਦੀ ਜਾਚ ਵੀ ਦੱਸਦੇ ਹਨ। ਕੀ ਮੰਗੀਏ? ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਹੁਣ ਦੇ ਦੇ। ਨਾਨਕ, ਪੰਜਵੇਂ ਨਾਨਕ ਜੀ ਕਹਿੰਦੇ, ਹੁਣ ਪੰਜਵੇਂ ਨਾਨਕ ਕਹਿੰਦੇ ਦੇ ਦੇ ਨਾਮ। ਨਾਨਕ ਨਾਮ ਮਿਲੇ ਤਾਂ ਜੀਵਾਂ। ਇੱਥੇ ਨਾਨਕ ਗੁਰੂ ਅਰਜਨ ਦੇਵ ਜੀ ਵਾਸਤੇ ਵਰਤਿਆ ਗਿਆ। ਭਾਵ ਗੁਰੂ ਅਰਜਨ ਦੇਵ ਜੀ ਮੰਗਦੇ ਨੇ ਮੈਨੂੰ ਉਹ ਨਾਮ ਦੇ ਦੇ। ਕਿਹੜਾ ਨਾਮ? ਤਨ ਮਨ ਥੀਵੈ ਹਰਿਆ, ਜਿਹਦੇ ਨਾਲ ਮੇਰਾ ਜੀਵਨ ਸਫਲਾ ਹੋ ਜੇ, ਤਨ ਤੇ ਮਨ ਹਰਾ ਭਰਾ ਹੋ ਜੇ। ਆ ਬਸੰਤ ਕੀ ਰੁੱਤ ਚੱਲ ਰਹੀ ਹੈ, ਪੋਹ ਦੇ ਮਹੀਨੇ ਨੇ, ਪੋਹ ਦੀ ਠੰਡ ਨੇ ਸਾਰੇ ਦਰਖਤਾਂ ਦੇ ਪੱਤੇ ਝਾੜ ਦਿੱਤੇ। ਜਿਵੇਂ ਜੇਠ ਹਾੜ ਦੀ ਗਰਮੀ ਮਚਾ ਦਿੰਦੀ ਹੈ, ਐਵੇਂ ਪੋਹ ਦੀ ਠੰਡ ਵੀ ਇਹਨਾਂ ਨੂੰ ਮਚਾ ਦਿੰਦੀ ਹੈ। ਪੱਤਿਆਂ ਨੂੰ ਦੇਖ ਰਹੇ ਹੋ, ਦਰਖਤਾਂ ਦੇ ਪੱਤੇ ਕਿਵੇਂ ਸੁੱਕ ਕੇ ਥੱਲੇ ਡਿੱਗ ਰਹੇ ਆ। ਤੜਕੇ ਨੂੰ ਜਿੱਥੇ ਦਰਖਤ ਲੱਗੇ ਆ ਢੇਰ ਲੱਗ ਜਾਂਦਾ ਪੱਤਿਆਂ ਦਾ। ਪਰ ਆ ਬਸੰਤ ਆਈ, ਹੁਣ ਇਸ ਨੇ ਨਵੇਂ ਪੱਤੇ ਕੱਢਣੇ ਆ, ਉਹਨਾਂ ਦੇ ਵਿੱਚ ਉਹਨਾਂ ਨੂੰ ਫਿਰ ਸ਼ਿੰਗਾਰ ਦੇਣਾ। ਤੇ ਬੰਦੇ ਦੇ ਅੰਦਰੋਂ ਵੀ ਜਦੋਂ ਇਹਨੇ ਜਨਮ ਲਿਆ
ਮਾਇਆ ਦੀ ਗਰਮੈਸ਼ ਨੇ, ਮਾਇਆ ਦੀਆਂ ਵਾਸ਼ਨਾਵਾਂ ਨੇ, ਮਾਇਆ ਦੇ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਨੇ ਸਾਡੇ ਗੁਣਾਂ ਨੂੰ ਝਾੜ ਦਿੱਤਾ ਹੈ। ਚਾਰ ਪਦਾਰਥ ਲੈ ਜਗੇ ਆਇਆ, ਸ਼ਿਵ ਸ਼ਕਤੀ ਕਰ ਵਾਸਾ ਪਾਇਆ। ਏਕ ਵਿਸਾਰੇ ਤਾਂ ਪਿੜਹਾਰੇ, ਅੰਧਲੇ ਨਾਮ ਵਿਸਾਰਾ ਹੈ। ਉਹ ਗੁਣ ਜਿਹੜੇ ਅਸੀਂ ਲੈ ਕੇ ਆਏ ਸੀ ਉਹ ਸਾਡੇ ਵਿੱਚੋਂ ਨਿਕਲ ਚੁੱਕੇ ਨੇ, ਖਤਮ ਹੋ ਗਏ, ਡਿਲੀਟ ਹੋ ਗਏ। ਹੁਣ ਉਹਨਾਂ ਗੁਣਾਂ ਨੂੰ ਦੁਬਾਰੇ ਕਿਵੇਂ ਪ੍ਰਗਟ ਕੀਤਾ ਜਾਵੇ? ਬਸੰਤਰੋਂ ਦਰਖਤਾਂ ਦੇ ਪੱਤੇ ਦੁਬਾਰੇ ਕੱਢ ਦੇਵੇਗੀ, ਸੋਹਣੇ ਲੱਗਣਗੇ, ਫਿਰ ਹਰਿਆਲੀ ਆ ਜਾਵੇਗੀ, ਛਾਂ ਕਰਨਗੇ ਔਰ ਜਾਨਵਰ ਉਹਨਾਂ ਤੇ ਆਲ੍ਹਣੇ ਬਣਾਉਣਗੇ, ਆਪਣੇ ਘਰ ਪਾਉਣਗੇ। ਇਸੇ ਤਰ੍ਹਾਂ ਹੀ ਸਾਡੇ ਜੀਵਨ ਦੇ ਅੰਦਰ ਹਰਿਆਲੀ ਆਵੇਗੀ। ਹਰ ਕਾ ਨਾਮ ਧਿਆਇਕੈ, ਹੋ ਹਰਿਆ ਭਾਈ। ਬਸੰਤ ਕੀ ਵਾਰ ਮਹੱਲ ਪੰਜਵਾਂ। ਰੋਜ਼ ਰਾਗੀ ਸਿੰਘ ਇਸ ਸਮੇਂ ਦੇ ਵਿੱਚ ਸੁਬਾਹ ਸ਼ਾਮ ਕੀਰਤਨ ਨੂੰ ਆਰੰਭ ਕਰਦੇ, ਸਮਾਪਤੀ ਕਰਦੇ ਸ਼ਬਦ ਗਾਉਂਦੇ ਆ। ਤਾਂ ਇਹ ਸ਼ਬਦ ਸਾਨੂੰ ਸੁਚੇਤ ਕਰਦਾ ਹੈ ਕਿ ਜਿਵੇਂ ਇਹਨਾਂ ਕੁਦਰਤ ਦੇ ਦਰਖਤਾਂ ਦੇ ਵਿੱਚ ਇਹ ਹਰਿਆਲੀ ਆ ਗਈ ਆ, ਤੇਰੇ 'ਚ ਕਿੱਦਾਂ ਆਵੇਗੀ? ਤਾਂ ਉਹੀ ਬਚਨ, ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ। ਹਰ ਕਾ ਨਾਮ ਧਿਆਇਕੈ, ਹੋ ਹਰਿਆ ਭਾਈ। ਕਰਮ ਲਖੰਤੇ ਪਾਈਐ, ਇਹ ਰੁੱਤ ਸੁਹਾਈ। 6 ਮਹੀਨਿਆਂ ਬਾਅਦ ਬਸੰਤ ਰੁੱਤ ਘੁੰਮ ਕੇ ਆ ਜਾਂਦੀ ਆ, ਪਰ ਮਨੁੱਖਾ ਜਨਮ ਜਲਦੀ ਘੁੰਮ ਕੇ ਨਹੀਂ ਆਉਣਾ ਦੁਬਾਰੇ। ਕਹੋ ਸਤਿਨਾਮ ਸ੍ਰੀ। ਬਸੰਤ ਰੁੱਤ 6 ਮਹੀਨਿਆਂ ਬਾਅਦ, ਸਾਲ ਬਾਅਦ ਫਿਰ ਮੁੜ ਕੇ ਆ ਜਾਂਦੀ ਆ, ਪਰ ਮਾਨਸ ਜਾਮਾ ਦੁਬਾਰੇ ਜਲਦੀ ਨਹੀਂ ਮਿਲਣਾ। ਬਸ ਇਹੋ ਹੀ ਸਮਾਂ ਹੈ, ਹੋਰ ਚਾਂਸ ਨਹੀਂ ਹੈ। ਭਈ ਪ੍ਰਾਪਤ ਮਨੁੱਖ ਦੇ ਬਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਪਰ ਕੇਵਲ ਨਾਮ। ਜੇ ਤੂੰ ਗੁਰੂ ਦੇ ਕੋਲੋਂ ਨਾਮ ਦੀ ਦਾਤ ਮੰਗ ਲਵੇਂ, ਗੁਰੂ ਨੂੰ ਮਿਲ ਪਵੇਂ ਤੇ ਗੁਰੂ ਕੋਲੋਂ ਇਹ ਮੰਗ ਲਵੇਂ, ਤੇ ਫਿਰ ਕੀ ਹੋਵੇਗਾ? ਅੱਜ ਦਾ ਸ਼ਬਦ, ਸਤਿਗੁਰ ਮਿਲਿਆ ਫੇਰ ਨਾ ਪਵੇ, ਬਸ ਦੁਬਾਰੇ ਫਿਰ ਜੰਮਣਾ ਮਰਨਾ ਨਹੀਂ ਪਵੇਗਾ, ਟੇਢੀਆਂ ਜੂਨਾਂ ਵਿੱਚ ਨਹੀਂ ਜਾਣਾ ਪਵੇਗਾ, ਸੱਪ ਕਿਰਲੀਆਂ ਠੂਹੇ ਆਦਿ ਨਹੀਂ ਬਣਨਾ ਪਵੇਗਾ। ਉਹਨਾਂ ਟੇਢੀਆਂ ਜੂਨਾਂ ਚੋਂ ਬਚ ਜਾਵੇਗਾ। ਨਹੀਂ ਤਾਂ ਫਿਰ ਇਹ ਰੂਹ ਪਤਾ ਨਹੀਂ ਕਿੱਧਰ ਨੂੰ ਜਾਊਗੀ, ਮਿੱਟੀ ਦੇ ਵਿੱਚ ਮਿਲ ਜਾਵੇਗੀ, ਟੇਢੀਆਂ ਜੂਨਾਂ ਵਿੱਚ ਲੱਭਣੀ ਨਹੀਂ। ਜਦੋਂ ਕੋਈ ਸਾਡਾ ਸੰਗੀ ਸਾਥੀ ਚਲਿਆ ਜਾਂਦਾ ਨਾ, ਮਗਰੋਂ ਸਾਨੂੰ ਉਹਦੇ ਗੁਣਾਂ ਦਾ ਪਤਾ ਲੱਗਦਾ, ਫਿਰ ਕਹਿੰਦੇ ਆ ਯਾਰ ਉਹ ਮਿਲ ਜੂਗਾ ਦੁਬਾਰੇ, ਪਰ ਬਹੁਤ ਮੁਸ਼ਕਲ ਹੈ। ਸੱਜਣ ਠੱਗ ਕਹਿਣ ਲੱਗਿਆ ਬਾਬੇ ਨਾਨਕ ਨੂੰ, ਜਦ ਗਿਆਨ ਹੋ ਗਿਆ ਨਾ ਸੱਜਣ ਠੱਗ ਨੂੰ, ਬੜਾ ਪ੍ਰਭਾਵਿਤ ਹੋਇਆ ਗੁਰੂ ਪਾਤਸ਼ਾਹ ਜੀ ਤੋਂ। ਗੁਰੂ ਪਾਤਸ਼ਾਹ ਜੀ ਨੇ ਉਸ ਨੂੰ ਗਿਆਨ ਵੀ ਦਿੱਤਾ, ਬ੍ਰਹਮ ਗਿਆਨ ਵੀ ਦਿੱਤਾ, ਉਸ ਇਲਾਕੇ ਦਾ ਪ੍ਰਚਾਰਕ ਵੀ ਬਣਾਇਆ, ਤੇ ਫਿਰ ਉਹਨਾਂ ਦੇ ਕੋਲੋਂ ਜਾਣ ਲੱਗੇ। ਤੇ ਫਿਰ ਸੱਜਣ ਕਹਿੰਦਾ, ਮਹਾਰਾਜ ਦੁਬਾਰੇ ਕਦੋਂ ਮੇਲ ਹੋਣਗੇ, ਦੁਬਾਰੇ ਕਦੋਂ ਮਿਲਾਪ ਹੋਵੇਗਾ? ਤਾਂ ਬਾਬੇ ਨਾਨਕ ਜੀ ਨੇ ਬੜਾ ਸੋਹਣਾ ਢੰਗ ਦੱਸਿਆ। ਕਹਿੰਦੇ, ਜੇ ਗੁਣ ਹੋਵੇ ਗੰਠੜੀਐ, ਮਿਲੇਗਾ ਸੋਈ। ਮਿਲਿਆ ਹੋਏ ਨਾ ਵਿਛੜੈ, ਜੇ ਮਿਲਿਆ ਹੋਈ। ਮਿਲਾਪ ਹੋ ਜਾਊਗਾ ਜੇ ਤੇਰੇ ਵਿੱਚ ਮੇਰੇ ਮਿਲਣ ਵਾਲੇ ਗੁਣ ਹੋਏ। ਕਿਉਂਕਿ ਚੋਰਾਂ ਨੂੰ ਚੋਰ ਮਿਲਦੇ ਆ, ਠੱਗਾਂ ਨੂੰ ਠੱਗ ਮਿਲਦੇ ਆ, ਸ਼ਰਾਬੀਆਂ ਨੂੰ ਹੱਥ ਨੇ ਸ਼ਰਾਬੀ ਮਿਲ ਜਾਂਦੇ ਆ, ਗੁਰਮੁਖਾਂ ਨੂੰ ਗੁਰਮੁਖ ਮਿਲ ਜਾਂਦੇ ਆ, ਤੇ ਰੱਬ ਨੂੰ ਤਾਂ ਫਿਰ ਉਹੀ ਮਿਲੂ ਜਿਹਦੇ ਵਿੱਚ ਰੱਬ ਵਾਲੇ ਗੁਣ ਹੋਏ। ਕਹੋ ਸਤਿਨਾਮ ਸ੍ਰੀ। ਜੇ ਗੁਣ ਹੋਵੇ ਗੰਠੜੀਆ, ਮਿਲੇਗਾ ਸੋਈ। ਮਿਲਿਆ ਹੋਏ ਨਾ ਵਿਛੜੈ, ਜੇ ਮਿਲਿਆ ਹੋਈ। ਜੇ ਅਸੀਂ ਉਹਦੇ ਨਾਲ ਮਿਲੇ ਰਹੀਏ, ਉਹ ਕਦੇ ਵੀ ਵਿਛੜ ਨਹੀਂ ਸਕਦਾ। ਉਹ ਨਾਮ ਜਪਣ ਵਾਲੀਆਂ ਰੂਹਾਂ ਨੂੰ ਵੀ ਦੁਬਾਰਾ ਇਹ ਰੂਹਾਂ ਮਿਲ ਸਕਦੀਆਂ, ਪਰ ਸ਼ਰਤ ਹੈ ਜੇ ਉਹੋ ਜਿਹਾ ਸੁਭਾਅ ਬਣ ਜਾਵੇ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣੈ, ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ। ਕਿਤੇ ਉਹ ਦੁਬਾਰਾ ਮਿਲ ਜਾਵੇ, ਮਿਲ ਸਕਦਾ ਹੈ। ਜਦ ਉਹਦੇ ਕੋਲ ਚਲੇ ਗਏ ਫਿਰ ਤੁਹਾਨੂੰ ਇੱਧਰ ਨਹੀਂ ਆਉਣਾ ਪੈਣਾ। ਸਤਿਗੁਰ ਮਿਲਿਆ ਫੇਰ ਨਾ ਪਵੇ, ਜਨਮ ਮਰਨ ਦੁੱਖ ਜਾਏ। ਪੂਰੇ ਸ਼ਬਦ ਸਭ ਸੋਝੀ ਹੋਈ, ਹਰ ਨਾਮੈ ਰਹਿ ਸਮਾਏ। ਪੂਰੇ ਸ਼ਬਦ, ਪੂਰਾ ਸ਼ਬਦ ਕਿਹੜਾ ਹੈ? ਵਾਹ ਵਾਹਿਗੁਰੂ, ਸਿਫਤ ਸਲਾਹ ਕਰਨੀ, ਇਹ ਪੂਰਾ ਸ਼ਬਦ ਹੈ। ਤਾਂ ਗੁਰੂ ਪਿਆਰਿਓ, ਵਾਹ ਹੈ ਸਿਫਤ ਕਿਹਦੀ? ਗੁਰੂ ਦੀ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ। ਜਦੋਂ ਵਾਹਿਗੁਰੂ ਕਹਿੰਦੇ ਆ ਤੇ ਇਹ ਪੂਰਾ ਸ਼ਬਦ ਹੈ। ਸਿਫਤ ਤਾਂ ਰੋਜ਼ ਹੀ ਕਰਦੇ ਆ, ਵਾਹ ਵਾਹ। ਪੁੱਤਰ ਦੀ ਕਰ ਦਿੱਤੀ, ਧੀ ਦੀ ਕਰ ਦਿੱਤੀ,
घर वाली घर वाले दी कर दिती, किसी चंगी कीमती वस्तु की करते, कितनी सोहनी वस्तु है, इदां दा करते हैं। पर पातशाह कहने वाह सिफत कर गुरु दी, क्योंकि गुरु ही परमेश्वर का स्वरूप है। वाह वाह सिफत करो, बाणी निरंकार है, ये बाणी ही परमेश्वर है, सिफत करया करो। ऐसा गुर बड़ भागी पाया, किनू जिन्हें भुलै मार्ग, जिन्हें बताया, जिन्हें सानू भुलिया नू रस्ता दसिया। बाबे नानक वर्गा गुरु नहीं दुनिया च आया, पहला आए बहुत दुनिया विच अपनियां ड्यूटियां बजा के चले गए, पर अपने पैरोकारां नू वो चीज़ नहीं दे के गए जिहदी इन्हां कोले सदा रहिंदी। ये केवल गुरु नानक पातशाह ने कृपा की, 10 जामियां विच वरत के सानू दसिया बई असली जिहड़ा गुरु है वो शब्द है। भावें शब्द सारियां ने उचारे, पहला शब्दी मंत्र दिंदे भी रहे, जिवें कबीर साहब जी ने रामानंद तो मंगिया, शब्द आ गुरमंत्र दिंदे लैंदे भी रहे। पर किसी नूं यह नहीं सी पता बाबे नानक दे आउण तो पहला भी गुरु कौन है। देण वालियां दीयां शरीरां नाल जुड़ जांदे, उन्हां दे बुत पत्थर दे बना के ला लए, उन्हां दीयां मूर्तियां बना के गढ़ लईआं, उन्हां दी गल भुल जांदे। कहो सतनाम श्री। धन गुरु नानक देव जी ने 10 जामियां विच वरत के उस महान शब्द नूं जामा पहना दिता, गुरु ग्रंथ साहिब दे रूप दा। जिवें एक बच्चा जिसकी होंद है ही नहीं सी, माँ प्यो के अंदर अलग अलग पिया सीगा, माँ की रकत पिता बिंद धारा। माता पिता दे विचों बच्चे की होंद सी, पर सानू दिसदा नहीं सीगा। ते जदों उस बच्चे का जन्म होया ते मानो परमेश्वर ने उस जीव नूं जामा दे दिता। करमी आवे कपड़ा नदरी मुख द्वारे, शरीर वाला कपड़ा जामा पहना दिता सानू, और असी दिसन लग पे। बच्चे का जन्म होया, लड़की होई आ, लड़का होया, वाह भाई वाह, कमाल हो गई, सिफत करती है। पर दिसन लग पे असी। इसे तरह ही जिहड़ा शब्द कदे दिसदा नहीं सी, वो दिसन लग पिया भी आ है गुरु असल दे विच, जिहनूं गुरु ग्रंथ साहिब जी का जामा दिता गया। कहो सतनाम। 10वां जामे तो बाद 11वां जामा, 11वें गुरु श्री गुरु ग्रंथ साहिब जी महाराज, जो 10 पातशाहियां की आत्मक जोत, जाहरा जहूर हाजरा हजूर सर्व कला भरपूर। वाहो वाहो बाणी निरंकार है, नाले भी दसदा। जिस तरह साईं मियाँ मीर शाह जहां नूं कहंदा ना, जिस गुरु हरगोबिंद साहब नूं तू केवल सिखां दा हिंदुआं दा गुरु मनदा है ना, ये केवल गुरु नहीं, ये रब भी है। जदों असी समाधि में जाने, ध्यान जोड़ते हैं ना, साडी सुरती जुड़ती है। जब साडी सुरती सचखंड चली जाती है, दरगाह चले जाने असी, दरगाह वो सचखंड नूं कहंदे, आपां सचखंड कहंदे आ, दरगाह कहंदे आ। कोई सतनाम। जब असी दरगाह भी जाने, सुरत जोड़ के, उत्थे यही हरगोबिंद साहब रब बन के बैठा है। कोई सतनाम सी। जब कल नूं शरीर छड्ड के असी जाना तो इहदे कोले पेश होना है। ते आ बाणी उसे तरह ही 11वां स्वरूप, आ बाणी जिहड़ी इत्थे गुरु है, यही सचखंड च प्रकाश कर रही है। कोई सतनाम सी। गुरु ग्रंथ साहिब जी महाराज की यही बाणी का प्रकाश सचखंड विच है। ਇਹਦਾ कितना प्रकाश है? करोड़ां सूरजां जिन्ना। हुण तुसीं कहो भी करोड़ां सूरजां जिन्ना, उत्थे अख नहीं खुलदी वेखण वास्ते। फिर तुसीं कहो चमकारा इन्ना है। समझो असल विच ज्ञान जिहड़ा वो सूरजां दे प्रकाश तो करोड़ां सूरजां तो वध है। क्यों ज्ञान तो बगैर तो असीं चानण दे विच भी ठेडे खाने आ। कोई सतनाम श्री। ज्ञान तो बगैर अज्ञानता दे हनेरे विच तां असीं चानण विच भी ठेडा खा सकदे आ, ते जे ज्ञान होवे हनेरे विच भी असीं डब्बी लभ लैंदे आ। सीखां वाली जदों लाइट चली जावे, कोई सतनाम काहदे नाल लभदे हो? ज्ञान दे नाल, दिमाग दे सोच दे नाल। कोई सानू स्पर्श ज्ञान हो गया हत्थां दा, जद हत्थ किते लगदा है ये तां कपड़ा है, ये रसोई दे विच बेलना पिया, ये तो कुछ होर है।
ਜਦੋਂ ਹੀ ਡੱਬੀ ਤੇ ਹੱਥ ਲੱਗਿਆ ਤੁਰੰਤ ਸਾਡੇ ਦਿਮਾਗ ਨੇ ਮੈਸੇਜ ਭੇਜਿਆ ਵੀ ਆਹ ਡੱਬੀ ਆ। ਉਹਨੂੰ ਹਨੇਰੇ ਦੇ ਵਿੱਚ ਹੀ ਖੋਲਿਆ, ਹਨੇਰੇ ਵਿੱਚ ਹੀ ਜਗਾਇਆ। ਉੱਥੇ ਕਿਹੜਾ ਚਾਨਣ ਸੀਗਾ? ਇਹ ਹੈ ਸ਼ਬਦ ਦਾ ਚਾਨਣ, ਜਿੱਥੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੈ। ਕੋ ਸਤਨਾਮ ਸ੍ਰੀ। ਸਮਝਣ ਵਾਸਤੇ ਆਪਾਂ ਇਹ ਛੋਟੀ ਜਿਹੀ ਉਦਾਹਰਨ ਚੱਕੀ ਆ। ਜਦੋਂ ਸਾਨੂੰ ਸਹਿਜ ਅਵਸਥਾ ਗਿਆਨ ਪ੍ਰਾਪਤ ਹੋ ਗਿਆ ਗੁਰੂ ਦੇ ਕੋਲੋਂ, ਫੇਰ ਸਾਡਾ ਜੰਮਣਾ ਮਰਨਾ ਕੱਟਿਆ ਗਿਆ। ਸਤਿਗੁਰ ਮਿਲਿਆ ਫੇਰ ਨਾ ਪਵੇ, ਜਨਮ ਮਰਨ ਦੁੱਖ ਜਾਏ। ਸਤਿਗੁਰ ਮਿਲਿਆ ਤੇ ਸਤਿਗੁਰ ਨੇ, ਸਾਡੇ ਸਤਿਗੁਰ ਨੇ, ਖਾਸ ਕਰਕੇ ਬਾਬੇ ਨਾਨਕ ਜੀ ਦੇ 10 ਸਰੂਪਾਂ ਨੇ ਕਿਤੇ ਵੀ ਨਹੀਂ ਕਿਹਾ ਸਾਡੀ ਫੋਟੋ ਬਣਾ ਕੇ ਰੱਖ ਲਿਓ। ਕੋ ਸਤਨਾਮ ਸ੍ਰੀ। ਕੀ ਕਿਹਾ? ਪੂਰੇ ਸ਼ਬਦ ਸਭ ਸੋਝੀ ਹੋਈ। ਸ਼ਬਦ ਨਾਲ ਗਿਆਨ ਦਿੱਤਾ ਹੈ, ਉਹਨਾਂ ਦੇ ਬਚਨ ਸੁਣੇ ਆ। ਉਸ ਪੂਰੇ ਦੇ ਕੋਲੋਂ ਪੂਰਾ ਸ਼ਬਦ ਮਿਲਿਆ ਸਾਨੂੰ। ਵਾਹਿਗੁਰੂ ਗੁਰਮੰਤਰ ਹੈ ਜਪ ਹਉ ਮੈਂ ਖੋਈ। ਜਦੋਂ ਇਹ ਪੂਰਾ ਸ਼ਬਦ ਮਿਲਿਆ ਤੇ ਸਾਨੂੰ ਸੋਝੀ ਗਿਆਨ, ਬ੍ਰਹਮ ਗਿਆਨ ਹੋਇਆ। ਤੇ ਫਿਰ ਪਤਾ ਲੱਗਿਆ ਮੇਰਾ ਘਰ ਕਿਹੜਾ। ਸਾਨੂੰ ਚਾਹੁੰਦੀ ਲੱਗੀ ਹੋਈ ਸੀਗੀ, ਕੁਝ ਧੀਆਂ ਪੁੱਤਾਂ ਦੇ ਪਿਆਰ ਦੀ ਚਾਹੁੰਦੀ, ਕੁਝ ਮਾਇਆ ਦੀ ਚਾਹੁੰਦੀ, ਸੰਪਤੀ ਦੀ ਚਾਹੁੰਦੀ ਲੱਗਦੀ। ਤੁਸੀਂ ਵੇਖੀ ਹੋਣੀ ਹੈ, ਕਦੇ ਲੱਗੀ ਹੋਣੀ ਹੈ ਤੁਹਾਨੂੰ ਕਦੇ ਨਾ ਕਦੇ। ਜਦ ਚਾਹੁੰਦੀ ਲੱਗਦੀ ਹੈ, ਬੰਦਾ ਕੀ ਕਰਦਾ? ਉਦੋਂ ਆਪਣੇ ਘਰ ਦੇ ਬਿਲਕੁਲ ਐਂਟੀ ਜਾਂਦਾ ਹੈ ਤੇ ਮੰਨਦਾ ਕਿ ਮੈਂ ਸਹੀ ਜਾ ਰਿਹਾ। ਕਈ ਵਾਰੀ ਚਾਹੁੰਦੀ ਲੱਗੀ ਹੈ, ਸਭ ਜਾਣਦੇ ਹੋ ਚਾਹੁੰਦੀ ਕੀ ਹੁੰਦੀ ਹੈ। ਤਾਂ ਉਹ ਚਾਹੁੰਦੀ ਦੇ ਵਿੱਚ ਬੰਦਾ ਬਿਲਕੁਲ ਆਪਣੇ ਘਰ ਦੇ ਉਲਟ ਜਾ ਰਿਹਾ ਹੁੰਦਾ, ਪਰ ਮੰਨ ਰਿਹਾ ਹੁੰਦਾ ਕਿ ਮੈਂ ਸਹੀ ਜਾ ਰਹੀ ਹਾਂ, ਜਿਵੇਂ ਆਪਾਂ ਸਹੀ ਮੰਨ ਰਹੇ ਹਾਂ, ਪਰ ਆਪਾਂ ਗਲਤ ਜਾ ਰਹੇ ਹਾਂ। ਕੋਈ ਸਤਨਾਮ। ਆਪਾਂ ਜਾਗਦੇ ਹੋਏ ਸੁਪਨਾ ਵੇਖ ਰਹੇ ਹਾਂ। ਇੱਕ ਰਾਤ ਨੂੰ ਸੁਪਨਾ ਵੇਖਦੇ ਆ, ਜਦੋਂ ਉਹ ਟੁੱਟਦਾ ਫਿਰ ਬੰਦਾ ਹੱਸ ਕੇ ਕਹਿੰਦਾ ਛੱਡ ਯਾਰ, ਸੁਪਨਾ ਸੀਗਾ, ਉਹ ਵੀ ਡਰ ਗਏ। ਆਹ ਸੁਪਨਾ ਗੁਰੂ ਤੋੜਦਾ ਜਿਹੜਾ ਹੁਣ ਲੈ ਰਹੇ ਆ। ਮੇਰਾ ਧੀ, ਮੇਰੇ ਪੁੱਤ, ਮੇਰੀ ਘਰ, ਮੇਰੀ ਗੱਡੀ, ਮੇਰੀ ਕਾਰ, ਮੇਰੀ ਸੰਪਤੀ, ਇਹ ਜਾਗਦਿਆਂ ਦਾ ਸੁਪਨਾ, ਉਹ ਸੁੱਤਿਆਂ ਦਾ ਸੁਪਨਾ। ਸੁੱਤਿਆਂ ਦਾ ਸੁਪਨਾ ਜਾਗਣ ਤੋਂ ਟੁੱਟ ਜਾਊਗਾ, ਲੇਕਿਨ ਜਾਗਦਿਆਂ ਦਾ ਸੁਪਨਾ ਕਿਵੇਂ ਤੋੜੀਏ? ਇਹ ਤਾਂ ਫਿਰ ਮੌਤ ਤੋਂ ਬਾਅਦ ਟੁੱਟੂਗਾ। ਜਾਂ ਫਿਰ ਪਹਿਲਾਂ ਗੁਰੂ ਤੋੜ ਸਕਦਾ, ਗੁਰੂ ਨੂੰ ਪੁੱਛ ਲਓ। ਕੋ ਸਤਨਾਮ ਸੀ। ਜਾਗ ਲਿਓ ਰੇ ਮਨਾ, ਜਾਗ ਲਿਓ। ਕਹਾ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ, ਸੋ ਪੀ ਸੰਗ ਨਾ ਹੋਇਆ। ਗਾਫਲ, ਗਾਫਲ ਕੀ ਹੈ? ਬੇਪਰਵਾਹ, ਭਾਵ ਆਪਣੇ ਕੰਮ ਵੱਲੋਂ ਬੇਪਰਵਾਹ, ਕੋਈ ਪਰਵਾਹ ਨਹੀਂ। ਹੋ ਜਾਊਗਾ ਆਪੇ, ਕਦੋਂ ਹੋ ਜਾਊਗਾ? ਕੋਈ ਨਹੀਂ, ਹਜੇ ਤਾਂ ਖਾਣ ਪੀਣ ਦਾ ਟਾਈਮ ਹੈ, ਬੁੜੇ ਹੋ ਕੇ ਕਰ ਲਾਂਗੇ। ਤੇ ਜਦ ਬੁੜਾ, ਪਤਾ ਨਹੀਂ ਅਗਲੇ ਨੇ ਹੋਣ ਦੇਣਾ ਕਿ ਨਹੀਂ ਹੋਣ ਦੇਣਾ, ਇਹ ਤਾਂ ਆਪਾਂ ਨੂੰ ਪਤਾ ਹੀ ਨਹੀਂਗਾ। ਪਤਾ ਨਹੀਂ ਕਿਹਦੀ ਮੌਤ ਗੇਟ ਤੇ ਖੜੀ ਹੋਵੇ। ਕੋਈ ਸਤਨਾਮ, ਕਿਹਨੂੰ ਉਡੀਕ ਰਹੀ ਹੋਵੇ, ਕਿਹਦਾ ਟਾਈਮ ਹੋ ਗਿਆ ਹੋਵੇ, ਕਿਉਂਕਿ ਹਰ ਮਿੰਟ ਸਕਿੰਟ ਬਾਅਦ ਕੋਈ ਨਾ ਕੋਈ ਮਰਦਾ ਹੈ। ਕੋਈ ਸਤਨਾਮ। ਵਾਰੀ ਆਪੋ ਆਪਣੀ, ਕੋਈ ਨਾ ਬੰਦਾ ਤੀਰ, ਜਿਹਦਾ ਸਮਾਂ ਆਂਦਾ ਅਗਲਾ ਫੜ ਕੇ ਲੈ ਜਾਂਦਾ। ਮੇਰੇ ਪ੍ਰੀਤਮ ਜੀ ਕਹਿੰਦੇ, ਫਿਰ ਕੀ ਹੋਇਆ? ਜਦੋਂ ਗੁਰੂ ਮਿਲਿਆ ਮੈਨੂੰ, ਸਤਿਗੁਰ ਮਿਲਿਆ ਫੇਰ ਨਾ ਪਵੇ। ਇਹ ਤੀਜੇ ਪਾਤਸ਼ਾਹ ਜੀ ਦੀ ਜੀਵਨ ਚ ਹੰਢਾਈ ਹੋਈ ਗੱਲ ਹੈ, ਜਿਹੜੀ ਸਾਨੂੰ ਦੱਸ ਰਹੇ ਨੇ। ਉਹਨਾਂ ਦਾ ਪ੍ਰੈਕਟੀਕਲ ਆ, ਉਹਨਾਂ ਦੀ ਹੱਡ ਬੀਤੀ ਕਹਿ ਦਿਓ। ਪੁਰਾਣੇ ਸਮੇਂ 'ਚ ਲੋਕਾਂ ਬਾਤਾਂ ਪਾਉਂਦੇ ਸੀ ਨਾ, ਕਹਿੰਦੇ ਯਾਰ ਸੁਣਾ ਕੋਈ ਹੱਡ ਬੀਤੀ, ਕੋਈ ਜੱਗ ਬੀਤੀ। ਇਹ ਹੱਡ ਬੀਤੀ ਹੈ ਤੀਜੇ ਪਾਤਸ਼ਾਹ ਜੀ ਦੀ। ਤੇ ਸਾਨੂੰ ਸਮਝਾ ਰਿਹਾ, ਸ਼ਾਇਦ ਤੁਹਾਡੇ ਤੇ ਵੀ ਸਮਾਂ ਆ ਜੇ। ਸਿੱਖੋ, ਸਤਿਗੁਰ ਮਿਲਿਆ ਫੇਰ ਨਾ ਪਵੇ, ਜਨਮ ਮਰਨ ਦੁੱਖ ਜਾਏ, ਪੂਰੇ ਸ਼ਬਦ ਸਭ ਸੋਝੀ ਹੋਈ। ਜਦੋਂ ਮੈਂ ਗੁਰੂ ਅੰਗਦ ਦੇਵ ਜੀ ਕੋਲ ਗਿਆ, ਤੀਜੇ ਪਾਤਸ਼ਾਹ ਜੀ ਕਹਿੰਦੇ, ਉਹਨਾਂ ਨੇ ਮੈਨੂੰ ਸ਼ਬਦ ਦਿੱਤਾ ਤੇ ਮੈਨੂੰ ਫਿਰ ਪਤਾ ਲੱਗਿਆ ਬਈ ਮੈਂ ਐਵੇਂ ਗੰਗਾ ਦੀ ਯਾਤਰਾ ਤੇ ਪੈਰ ਘਿਨਾਉਂਦਾ ਫਿਰਦਾ ਰਿਹਾ। ਕੋਈ ਸਤਨਾਮ। ਮੈਂ 19 ਵਾਰੀ ਯਾਤਰਾ ਤੇ ਗਿਆ, ਪਰ ਜਿਹੜਾ ਬਦਲਾਓ 1 ਮਿੰਟ ਵਿੱਚ ਗੁਰੂ ਅੰਗਦ ਦੇਵ ਨੇ ਕਰਤਾ, ਇਹ ਉੱਥੇ 60 ਸਾਲ ਜਾ ਕੇ ਵੀ ਨਾ ਆਇਆ। ਕੋਈ ਸਤਨਾਮ ਸ੍ਰੀ। ਪੂਰੇ ਸ਼ਬਦ ਸਭ ਸੋਝੀ ਹੋਈ, ਹਰ ਨਾਮੈ ਰਹਿ ਸਮਾਏ। ਔਰ ਡੁੱਬ ਗਿਆ ਹੁਣ ਅਮਰਦਾਸ ਉਹ ਸ਼ਬਦ ਦੇ ਵਿੱਚ, ਜਿਉਂਦਾ ਹੀ ਸਮਾ ਗਿਆ। ਜਿਉਂਦੇ ਜਿਉਂਦੇ ਦੇਖ ਲਿਆ ਇਹ ਸਰੀਰ ਛੱਡਣ ਤੋਂ ਬਾਅਦ ਜਾਣਾ ਕਿੱਥੇ ਆ। ਕੋਈ ਸਤਨਾਮ ਸ੍ਰੀ। ਜਿਨ੍ਹਾਂ ਨੇ ਪਹਿਲਾਂ ਦੇਖ ਲਿਆ ਨਾ,
ਉਹਨਾਂ ਨੂੰ ਜਾਣ ਦਾ ਫਿਕਰ ਨਹੀਂ ਰਹਿੰਦਾ। ਹੁਣ ਤੁਸੀਂ ਆਪਦਾ ਘਰ ਵੇਖਿਆ ਹੋਇਆ ਨਾ, ਜਦ ਤੁਸੀਂ ਸਮਾਪਤੀ ਤੋਂ ਬਾਅਦ ਜਾਓਗੇ ਤੁਹਾਨੂੰ ਫਿਕਰ ਨਹੀਂ ਵੀ ਕਿੱਥੇ ਜਾਵਾਂਗੇ। ਮੈਂ ਆਪਦੇ ਘਰੇ ਵਗ ਜਾਊਗਾ, ਤੁਸੀਂ ਆਪਦੇ ਘਰੇ ਵਗ ਜਾਓਗੇ। ਤੇ ਜੇ ਭਾਵੇਂ ਕਿਸੇ ਨਵੇਂ ਬੰਦੇ ਨੇ ਨਵੇਂ ਘਰੇ ਜਾਣਾ ਹੋਵੇ ਤੇ ਘਰ ਦਾ ਪਤਾ ਹੀ ਨਾ ਹੋਵੇ ਤੇ ਫਿਰ ਕੀ ਕਰੂਗਾ? ਇੱਥੋਂ ਨਿਕਲ ਜੂਗਾ, ਉੱਥੇ ਚੌਂਟੇ 'ਚ ਖੜ ਜੂਗਾ ਵੀ ਪਤਾ ਨਹੀਂ ਯਾਰ ਸਾਡੇ ਘਰ ਨੂੰ ਗਲੀ ਕਿਹੜੀ ਜਾਂਦੀ ਆ। ਕੋਈ ਸਤਨਾਮ ਸ੍ਰੀ। ਜੇ ਉਸ ਗਲੀ ਨੂੰ ਪਹਿਲਾਂ ਜਾਣ ਲਿਆ ਜਾਵੇ ਜਿਉਂਦੇ ਜਿਉਂਦੇ, ਜਿਹੜੀ ਗਲੀ ਪਰਮੇਸ਼ਰ ਦੇ ਘਰ ਨੂੰ ਜਾਂਦੀ ਆ, ਕੋਈ ਸਤਨਾਮ ਸ੍ਰੀ। ਜੇ ਪਰਮੇਸ਼ਰ ਦੇ ਘਰ ਦੇ ਬਾਰੇ ਜਾਣਕਾਰੀ ਜਿਉਂਦੇ ਜਿਉਂਦੇ ਲੈ ਲਈਏ ਤੇ ਮਰਨਾ ਸੌਖਾ ਹੋ ਜਾਊਗਾ। ਨਹੀਂ ਤਾਂ ਫਿਰ ਕਬੀਰ ਸਾਹਿਬ ਜੀ ਇਸ ਵਿਸ਼ੇ ਤੇ ਗੱਲ ਕਰਦੇ ਨੇ। ਕਬੀਰ ਕਿਹਾ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ, ਜੇਕਰ ਸਹਿ ਮਨੋ ਨਾ ਵਿਸਰੈ ਤੇ ਸਹਿਲਾ ਮਰਨਾ ਹੋਏ। ਸੌਖਾ ਨਿਕਲ ਜੇ ਸਰੀਰ ਚੋਂ ਤੇ ਸੁੱਖਾ ਆਪਦੇ ਘਰ ਨੂੰ ਚਲਿਆ ਜਾਵੇ। ਨਹੀਂ ਤਾਂ ਸਰੀਰ ਛੱਡਣ ਨੂੰ ਵੀ ਜੀ ਨਹੀਂ ਕਰਦਾ ਵੀ ਛੱਡਤਾ ਤੇ ਜਾਉ ਕਿੱਧਰ। ਪਰ ਅਗਲੇ ਕੱਢ ਲੈਂਦੇ ਆ ਹੱਡ ਪੈਰ ਮਰੋੜ ਕੇ। ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ। ਜਿੰਦ ਨੇ ਮਾਣੀ ਕੱਢੀ ਐ ਹੱਡਾ ਕੂ ਕੜਕਾਏ। ਤੂੰ ਨਿਕਲਦਾ ਨਹੀਂ, ਹੁਣ ਕੱਢਣਾ ਹੈ ਅਗਲਿਆਂ ਨੇ, ਕੱਢ ਲੈਣਾ ਹੱਡ ਤੋੜ ਕੇ ਤੇਰੇ। ਕੋ ਸਤਨਾਮ ਸੀ। ਜਿੰਦ ਨੇ ਮਾਣੀ ਕੱਢੀ ਐ ਹੱਡਾ ਕੋ ਕੜਕਾਏ, ਸਾਹੇ ਲੇਖੇ ਨ ਚੱਲਣੀ ਜਿੰਦੋ ਕੋ ਸਮਝਾਏ। ਆਪਣੇ ਮਨ ਨੂੰ ਸਮਝਾ ਲਓ, ਇੱਕ ਸਵਾਸ ਵੀ ਵੱਧ ਨਹੀਂ ਮਿਲਣਾਗਾ। ਇਹ ਤੈਨੂੰ ਦਇਆ ਕਰਕੇ ਦਿੱਤੇ ਨੇ। ਕਹੋ ਸਤਨਾਮ ਸੀ। ਜਿੰਨੇ ਕੁ ਵੀ ਦਿੱਤੇ ਆ। ਪ੍ਰੀਤਮ ਜੀ ਕਹਿੰਦੇ ਪੂਰੇ ਸ਼ਬਦ ਸਭ ਸੋਝੀ ਹੋਈ, ਨਾਮੈ ਰਹਿ ਸਮਾਏ ਮਨ ਮੇਰੇ। ਰਹਾਉ ਦੀ ਜਿਹੜੀ ਪੰਕਤੀ ਹੁੰਦੀ ਹੈ ਨਾ, ਸਾਰੇ ਸ਼ਬਦ ਦਾ ਮੇਨ ਭਾਵ ਹੁੰਦਾ ਉਹਦੇ ਵਿੱਚ। ਸਤਿਗੁਰੂ ਅਮਰਦਾਸ ਜੀ ਆਪਣੇ ਆਪ ਨੂੰ ਸੰਬੋਧਨ ਕਰਦੇ ਤੇ ਆਪਾਂ ਜਦ ਪੜਾਂਗੇ ਆਪਣੇ ਆਪ ਨੂੰ ਕਹਾਂਗੇ ਮਨ ਮੇਰੇ ਸਤਿਗੁਰ ਸਿਓ ਚਿਤ ਲਾਏ। ਆ ਗੁਰੂ ਨਾਲ ਜੁੜ ਗਏ। ਪਤਾ ਨਹੀਂ ਕਿੰਨਾ ਕੁ ਸਮਾਂ ਬਾਕੀ ਹੈ। ਚਲਾ ਤਾਂ ਘੰਟੇ ਕੁ ਦਾ ਪਤਾ ਵੀ ਆ, ਘੜੀ ਚੱਲੀ ਜਾਂਦੀ ਹੈ, ਪਰ ਉਹ ਘੜੀ ਸਾਡੇ ਕੋਲ ਹੈ ਨਹੀਂ ਜਿਹੜੀ ਘੜੀ ਸਾਡੀ ਮੁੱਕ ਜਾਣੀ ਆ। ਕੋ ਸਤਨਾਮ ਸ੍ਰੀ। ਇਸ ਕਰਕੇ ਉਹ ਸਮੇਂ ਦਾ ਨਾ ਪਤਾ ਹੋਣ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਰ ਸਵਾਸ ਤੇ ਵਾਹਿਗੁਰੂ ਕਹਿ ਦਿਆ ਕਰ। ਪਤਾ ਨਹੀਂ ਕਿਹੜਾ ਸਵਾਸ ਆਖਰੀ ਹੋਵੇ ਬਈ। ਤੇ ਜੇ ਤੂੰ ਆਖਰੀ ਸਵਾਸ ਵੇਲੇ ਵਾਹਿਗੁਰੂ ਕਹੇਗਾ ਤੇ ਪਰਮੇਸ਼ਰ ਦੇ ਘਰੇ ਜਾਵੇਂਗਾ। ਜੇ ਆਖਰੀ ਸਵਾਸ ਵੇਲੇ ਕਹੇਗਾ ਹਾਏ ਮੇਰੇ ਪੁੱਤ ਤਾਂ ਸੂਰ ਬਣੇਗਾ। ਜੇ ਆਖਰੀ ਸਵਾਸ ਵੇਲੇ ਕਹੇਗਾ ਹਾਏ ਮੇਰੀ ਪਤਨੀ ਤਾਂ ਵੇਸਵਾਦੀ ਜੂਨੀ ਚ ਤੋੜ ਦੂਗਾ। ਜੇ ਆਖਰੀ ਸਵਾਸ ਵੇਲੇ ਕਹੇਗਾ ਹਾਏ ਮੇਰੀ ਕੋਠੀ, ਕਿਉਂਕਿ ਟਾਈਮ ਤਾਂ ਮੇਰਾ ਖਿਆਲ ਹੈ ਵੀ ਮੈਂ 5 ਸ਼ਬਦ ਕਹੇ ਤੇ ਇੰਨੇ ਵੀ ਕਹਿਣ ਦਾ ਟਾਈਮ ਨਹੀਂ ਲੱਗਣਾ। ਕੋਈ ਸਤਨਾਮ ਯਾਦ ਹੀ ਆਉਣਾ, ਕੋਠੀ, ਪੁੱਤ, ਧੀਆਂ। ਅਗਲੇ ਨੇ ਇੰਨੇ ਚ ਸਮਝ ਲੈਣਾ ਤੇ ਕਹਿੰਦੇ ਜਾ ਫਿਰ ਕੋਠੀ ਚਾਹੀਦੀ ਹੈ ਤੇ ਭੂਤ ਪ੍ਰੇਤ ਬਣ ਕੇ ਤੁਰਿਆ। ਫਿਰ ਸਰੀਰ ਦੀ ਕੀ ਲੋੜ ਹੈ। ਕੋਈ ਸਤਨਾਮ ਸੀ। ਭਾਵੇਂ ਸਾਰੀਆਂ ਕੋਠੀਆਂ 'ਚ ਘੁੰਮਦਾ ਫਿਰੀ। ਇਸ ਕਰਕੇ ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਗੁਰੂ ਅਮਰਦਾਸ ਜੀ ਨੂੰ ਅੱਧੀ ਰਾਤ ਨੂੰ ਪਤਾ ਲੱਗਿਆ ਵੀ ਗੁਰੂ ਵਾਲੇ ਬਣਨਾ ਚਾਹੀਦਾ। ਮੁੜ ਕੇ ਸਾਰੀ ਰਾਤ ਨੀਂਦ ਨਹੀਂ ਆਈ ਉਹਨਾਂ ਨੂੰ। ਕੋਈ ਸਤਨਾਮ। ਤੁਹਾਨੂੰ ਪਤਾ ਹੀ ਹੈ ਨਾ, ਕਹਾਣੀ ਕਈ ਵਾਰੀ ਆਪਾਂ ਸੁਣ ਲਈ ਆ ਵੀ ਬ੍ਰਹਮਚਾਰੀ ਨੇ ਉਹਨਾਂ ਦੇ ਘਰੇ ਜਾਂਦੇ ਜਾਂਦੇ ਗੰਗਾ ਦੇ ਇੱਕ ਯਾਤਰੀ ਨੇ ਰਾਤ ਕੱਟੀ ਸੀ ਤੇ ਰਾਤ ਕੱਟ ਕੇ ਰੋਟੀ ਪਾਣੀ ਖਾ ਕੇ ਮੰਜਿਆਂ ਤੇ ਬੈਠ ਕੇ ਗੱਲਾਂ ਬਾਤਾਂ ਚਲਾ ਲਈਆਂ। ਤੇ ਗੱਲਬਾਤ ਕਰਦੇ ਕਰਦੇ ਬ੍ਰਹਮਚਾਰੀ ਕਹਿੰਦਾ ਅਮਰਦਾਸ ਤੇਰਾ ਗੁਰੂ ਕੌਣ ਹੈ? ਜਿਵੇਂ ਆਪਾਂ ਕਹਿ ਦਿੰਦੇ ਐਵੇਂ ਉਹਨਾਂ ਨੇ ਕਹਿਤਾ ਗੁਰੂ ਦੀ ਕੀ ਲੋੜ ਆ, ਆਪਾਂ ਤੇ ਗੰਗਾ ਦੇ ਯਾਤਰੀ ਆ ਬਈ, ਆਪਣੀ ਤੇ ਗੰਗਾ ਮੁਕਤੀ ਕਰ ਦੂਗੀ। ਕਹਿੰਦੇ ਤੂੰ ਹਜੇ ਗੁਰੂ ਵਾਲਾ ਨਹੀਂ ਬਣਿਆ? ਕਹਿੰਦਾ ਨਾ ਨਾ। ਐਟੇ ਟਾਈਮ ਉਹ ਜੁੱਤੀ ਪਾ ਕੇ ਖੜਾ ਹੋ ਗਿਆ। ਅਮਰਦਾਸ ਜੀ ਕਹਿੰਦੇ ਵੀ ਤੂੰ? ਕਹਿੰਦੇ ਆਪਾਂ ਜਾਣੇ ਆ, ਮੈਂ ਤੇਰੇ ਕੋਲ 1 ਮਿੰਟ ਨਹੀਂ ਖੜਦਾ ਹੁਣ ਤਾਂ। ਕਹੋ ਸਤਨਾਮ। ਤੂੰ ਹਲੇ ਨਗੋਰਾ। ਇਹ ਪਰਮੇਸ਼ਰ ਨੇ ਅਸਲ 'ਚ ਕਿਰਪਾ ਹੀ ਕਰਨੀ ਸੀ। ਉਹਨਾਂ ਦੀ ਐਸੀ ਚੋਟ ਲਾਈ ਭਾਵੇਂ ਬ੍ਰਹਮਚਾਰੀ ਨੂੰ ਰਾਤ ਨੂੰ ਤੁਰਨਾ ਪਿਆ, ਪਰ ਅਮਰਦਾਸ ਜੀ ਦਾ ਭਲਾ ਹੋ ਗਿਆ। ਕਹੋ ਸਤਨਾਮ ਸੀ। ਐਸੀ ਚੋਟ ਵੱਜੀ ਉਹਨਾਂ ਦੇ, ਬਸ ਫਿਰ ਸਾਰੀ ਰਾਤ ਨੀਂਦ ਨਹੀਂ ਆਈ। ਤੇ ਜੇ ਮਿਲਣ ਦੀ ਤਾਂਘ ਪੈਦਾ ਹੋਈ ਤੇ ਪਰਮੇਸ਼ਰ ਨੇ ਵੀ ਕਿਰਪਾ ਕੀਤੀ, ਤੜਕੇ ਘਰੋਂ ਹੀ ਦੱਸ ਪੈ ਗਈ ਵੀ ਗੁਰੂ ਤਾਂ ਸਾਡੇ ਕੋਲ ਹੀ ਹੈ। ਕਹੋ ਸਤਨਾਮ ਸੀ। ਬੀਬੀ ਅਮਰੋਂ ਲੈ ਜਾ ਕੇ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਮਿਲਾ ਦਿੱਤਾ। ਵਿਚਾਲਦੇ ਨਹੀਂ।
ਤਾਂ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਿ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮਹਾਰਾਜ ਤੁਸੀਂ, ਮੈਂ ਤੁਹਾਨੂੰ ਮਿਲਣ ਵਾਸਤੇ ਨਹੀਂ ਆਇਆ, ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਮੈਂ ਤਾਂ ਕੇਵਲ ਤੇ ਕੇਵਲ ਤੁਹਾਡੇ ਦਰਸ਼ਨ ਕਰਨ ਲਈ ਆਇਆ। ਤਾਂ ਉਸ ਵੇਲੇ ਸਤਿਗੁਰੂ ਪਾਤਸ਼ਾਹ ਨੇ ਜਿਹੜੀ ਕਿਰਪਾ ਕੀਤੀ, ਉਹ ਬਖਸ਼ਿਸ਼ ਕਰਦੇ ਹਨ, ਹਰ ਜੀਓ ਰਾਖੋ ਆਪਣੀ ਸ਼ਰਨਾਈ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਮੈਂ ਤੁਹਾਡੀ ਕਿਰਪਾ ਲੈਣ ਆਇਆ ਹਾਂ। ਮਨ ਮੇਰੇ ਸਤਿਗੁਰ ਸਿਉ ਚਿਤ ਲਾਏ, ਨਿਰਮਲ ਨਾਮ ਸਦ ਨਵ ਤਨੋ, ਆ ਬਸੈ ਮਨ ਆਏ ਰਹਾਓ। ਹਰ ਜੀਓ ਰਾਖੋ ਆਪਣੀ ਸ਼ਰਨਾਈ, ਹੇ ਹਰੀ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲੈ, ਜਿਉਂ ਰਾਖੋ ਤਿਉਂ ਰਹਿਣਾ। ਤੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਵੇਲੇ ਫਿਰ ਗੁਰੂ ਅੰਗਦ ਦੇਵ ਜੀ ਦੀ ਹਜ਼ੂਰ, ਖਾਲਸਾ ਵਾਹਿਗੁਰੂ ਜੀ ਕੀ ਫਤਿਹ।